ਡਾਕਟਰ ਬ੍ਰਿਜਪਾਲ ਸਿੰਘ ਜੀ, ਤੁਸੀਂ ਹੁਣ ਸ਼ੁਰੂ ਕਰ ਲਓ ਜੀ। ਥੈਂਕ ਯੂ ਜੀ ਫॉर ਐਟਲੀਸਟ ਜੁਆਇਨਿੰਗ ਵਿਦ ਅਸ। ਮੈਨੂੰ ਤੁਹਾਡੇ ਆਡੀਓ ਦੇ ਨਹੀਂ ਨਜ਼ਰ ਆ ਰਿਹਾ, ਪਰ ਜਿਵੇਂ ਵੀ ਹੈਗਾ ਤੁਸੀਂ ਹੁਣ ਸ਼ੁਰੂ ਕਰ ਲਓ ਜੀ। ਬਹੁਤ ਟਾਈਮ ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਪਿਆਰੀ ਸਾਧ ਸੰਗਤ ਜੀ ਨੂੰ ਪਹਿਲੇ ਮੈਂ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕ ਕੇ ਕੰਨ ਪਕੜ ਕੇ ਮਾਫੀ ਮੰਗਦਾ ਹਾਂ ਕਿ ਮੈਂ ਮੂਰਖ ਕੋਲੋਂ ਜੋ ਗਲਤੀਆਂ ਹੋਈਆਂ ਉਹ ਮਾਫ ਕਰ ਦੇਣਾ। ਮੈਂ ਇਸ ਵੇਲੇ ਆਪ ਜੀ ਦੇ ਨਾਲ ਜੋ ਮਨ ਦੇ ਉਦਗਾਰ ਹਨ, ਜੋ ਮਨ ਦਾ ਮੇਰਾ ਗੁਰੂ ਦਾ ਪਿਆਰ ਹੈ, ਸਿਰਫ ਉਹ ਹੀ ਸਾਂਝਾ ਕਰਨਾ ਹੈ। ਤੁਸੀਂ ਸਾਰੇ ਬਹੁਤ ਵਿਦਵਾਨ ਹੋ, ਮੈਂ ਵਿਦਵਾਨ ਨਹੀਂ ਹਾਂ। ਮੈਂ ਤੇ ਕੇਵਲ ਗੁਰੂ ਚਰਨਾਂ ਦੇ ਦਾਸ ਬਣ ਕੇ ਗੁਰੂ ਚਰਨਾਂ ਦੀ ਧੂੜ ਲੈਣ ਲਈ ਤੜਪਦਾ ਹਾਂ, ਕਲਪਦਾ ਹਾਂ। ਮੈਂ ਕੀ ਹਾਂ? ਸਿੱਖ। ਅਸੀਂ ਸਾਰੇ ਜੀਵਨ ਵਿੱਚ ਸਿੱਖਣ ਲਈ ਹੀ ਆਇਆ, ਤੇ ਸਿੱਖਿਆ ਕੇਵਲ ਗੁਰੂ ਤੋਂ ਮਿਲਦੀ ਹੈ। ਮੇਰਾ ਗੁਰੂ ਗੁਰੂ ਨਾਨਕ ਸਾਹਿਬ, ਦਸਾਂ ਗੁਰੂ, ਇੱਕ ਜੋਤ ਇੱਕ ਜੁਗਤ, ਮੈਂ ਉਹਨਾਂ ਦਾ ਸਿੱਖ ਹਾਂ। ਉਹ ਗੁਰਬਾਣੀ ਵਿੱਚ ਸਮੋ ਗਏ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਤੇ ਸਮੋਈ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੋ ਗਿਆ। ਸੋ ਦਸੇ ਗੁਰੂ ਕਿਵੇਂ ਜੀਵੇ, ਕੀ ਦੱਸ ਕੇ ਗਏ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਦੱਸ ਰਹੇ ਹਨ, ਇਹ ਮੇਰਾ ਆਧਾਰ ਹੈ, ਇਹ ਮੇਰਾ ਜੀਵਨ ਹੈ, ਇਹ ਮੈਂ ਬਣਨਾ ਹੈ, ਇਸੇ ਨੂੰ ਲੈ ਕੇ ਸੰਪੂਰਨ ਹੋਣਾ ਹੈ। ਇਹ ਸਭ ਦਾ ਹੱਕ ਹੈ ਕਿ ਸਿੱਖ ਬਣਨ ਜਾਂ ਨਾ ਬਣਨ, ਪਰ ਮੇਰੀ ਬੰਦਸ਼ ਇਹ ਮਜਬੂਰੀ ਨਹੀਂ ਹੋਣੀ ਚਾਹੀਦੀ। ਜੋ ਸਿੱਖ ਮਾਪਿਆਂ ਦੇ ਘਰ ਨਹੀਂ ਜਨਮੇ ਉਹ ਵੀ ਸਿੱਖ ਬਣ ਸਕਦੇ ਹਨ। ਸਿੱਖੀ ਵਿੱਚ ਆਣਾ, ਸਿੱਖੀ ਵਿੱਚ ਰਹਿਣਾ ਤੇ ਸਿੱਖੀ ਵਿੱਚ ਸਵਾਸ ਤਿਆਗਣਾ, ਇਹ ਮੇਰੇ ਜੀਵਨ ਦਾ ਆਪਣਾ ਫੈਸਲਾ ਹੈ। ਇਹ ਮੇਰੇ ਗੁਰੂ ਦੀ ਜਦੋਂ ਕਿਰਪਾ ਹੋਏਗੀ ਤਾਂ ਹੀ ਮੈਂ ਫੈਸਲਾ ਕਰ ਸਕਾਂਗਾ, ਤੇ ਵੱਡੇ ਭਾਗਾਂ ਨਾਲ ਤੇ ਨਿਰੰਕਾਰ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਗੁਰੂ ਤੇ ਨਿਰੰਕਾਰ ਦਾ ਰੋਮ ਰੋਮ ਅੱਜ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਮੈਨੂੰ ਸਿੱਖੀ ਕਬੂਲਣ ਲਈ, ਸਿੱਖੀ ਜੀਵਨ ਲਈ, ਤੇ ਉਹਨਾਂ ਦੀ ਮਿਹਰ ਹੋਵੇ ਤਾਂ ਸਿੱਖੀ ਲੈਂਦੇ ਰਹਿੰਦੇ ਹੋਏ ਸਵਾਸ ਤਿਆਗਣ ਦੇ ਉੱਚ ਭਾਗ ਮੈਨੂੰ ਦੇਣ। ਇਹ ਮੇਰੀ ਅਭਿਲਾਸ਼ਾ ਅਰਦਾਸ ਹੈ। ਸਿੱਖੀ ਮਜਬੂਰੀ ਨਹੀਂ ਹੈ, ਸਿੱਖੀ ਮੇਰੀ ਚੋਣ ਹੈ, ਸਿੱਖੀ ਮੇਰੀ ਅਰਦਾਸ ਹੈ, ਸਿੱਖੀ ਮੇਰੀ ਇਲਤਜਾ ਹੈ, ਤੇ ਗੁਰੂ ਦੀ ਇਹ ਕਿਰਪਾ ਹੈ। ਸਿੱਖ ਜੀਵਨ ਜੀਣਾ ਲੋਚਦੇ ਹਾਂ ਜਿਹੜੇ ਅਸੀਂ ਬੈਠੇ ਹਾਂ, ਇਹ ਮੈਨੂੰ ਯਕੀਨ ਹੈ। ਅਸੀਂ ਸਿੱਖੀ ਦਾ ਸਮੁੱਚੇ ਫਰੇਮਵਰਕ ਦੇ ਵਿੱਚੋਂ ਅੱਜ ਦੇ ਵਿਸ਼ੇ ਦੀ ਝਾਤ ਮਾਰਾਂਗੇ, ਕਿਉਂਕਿ ਮੇਰੇ ਲਈ ਉਹ ਜ਼ਰੂਰੀ ਹੈ। ਸਿੱਖੀ ਮੁੱਖ ਰੂਪ ਵਿੱਚ ਆਧਾਰ ਮੂਲ ਵਿੱਚ ਨਾਮ ਮਾਰਗ ਹੈ, ਤੇ ਇਹ ਨਾਮ ਮਾਰਗ ਸਦਾ ਤੋਂ ਸਤਿਗੁਰੂ, ਲਿਖਾਰੀ ਤੇ ਅਸੀਂ ਸਾਰੇ ਕਹਿੰਦੇ ਰਹੇ ਹਾਂ। ਨਾਮ ਪ੍ਰਭੂ ਦੀ ਸ਼ਰਨ ਤੇ ਪਿਆਰ ਵਿੱਚ ਉਸ ਦਾ ਜਾਪ ਕਰਕੇ ਰੱਬ ਦੇ ਨਾਲ ਜੁੜਦੇ ਹੋਏ ਰੱਬੀ ਅਨੰਤਤਾ ਦਾ ਵਿਸਮਾਦ ਤੇ ਸਵਾਦ ਰਸ ਲੈਣਾ ਹੈ, ਉਸ ਵਿੱਚ ਸਮੋ ਜਾਣਾ ਹੈ। ਆਪਾ ਹਉਮੈ ਵਿਕਾਰ ਵਿਚਾਰ ਕੱਢ ਕੇ ਅੰਮ੍ਰਿਤ ਵੇਲੇ ਦੇ ਸ਼ਾਂਤ ਸਮੇਂ ਤੋਂ ਇਹ ਸ਼ੁਰੂ ਹੁੰਦਾ ਹੈ, ਗੁਰੂ ਕਿਰਪਾ ਨਾਲ ਟਿਕ ਜਾਂਦਾ ਹੈ। ਜਦੋਂ ਨਾਮ ਮੇਰੇ ਅੰਤःਕਰਣ ਤੇ ਮੇਰੇ ਜੀਵਨ ਦੀ ਕਾਰਜ ਪ੍ਰਣਾਲੀ ਨਾਲ ਘੁਲ ਮਿਲ ਕੇ ਇੱਕ ਮਿਕ ਹੋ ਜਾਏ, ਕਣ ਕਣ ਵਿੱਚ ਫਿਰ ਵਾਹਿਗੁਰੂ ਤੇ ਉਹਦੀ ਰਜ਼ਾ ਨਜ਼ਰ ਆਉਂਦੀ ਹੈ। ਇਹ ਸ਼ਬਦ ਰੂਪ ਵਿੱਚ ਸਤਿਗੁਰੂ ਦਾ, ਨਿਰੰਕਾਰ ਦਾ ਅਨੁਭਵ ਬਣਦਾ ਹੈ। ਸਿੱਖੀ ਵਿੱਚ ਰੱਬ ਗੁਰੂ ਬਣ ਕੇ ਪ੍ਰਗਟਦਾ ਹੈ, ਕਿਰਪਾ ਵਰਤਾਂਦਾ ਹੈ। ਰੱਬ ਦਾ ਉਹ ਸਰੂਪ ਜਿਹੜਾ ਕੇਵਲ ਤੇ ਕੇਵਲ ਸੰਸਾਰੀ ਅਨੰਤਕਾਰੀ ਕਿਰਪਾ ਹੈ, ਉਹ ਮੇਰਾ ਸਤਿਗੁਰੂ ਹੈ। ਗੁਰੂ ਹੁਕਮ ਵਿੱਚ ਗੁਰੂ ਹੁਕਮ ਨਾਲ ਜੀਣਾ, ਇਹ ਸਿੱਖ ਹੋਣਾ ਹੈ। ਕਿਵੇਂ ਤੇ ਕਿੰਜ ਕਰਨਾ ਹੈ? ਅਸੀਂ ਸਦਾ ਦੀ ਲਿਵ ਤੇ ਪਹੁੰਚਣਾ ਹੈ। ਮੂਲ ਮੰਤਰ ਦਾ ਜਾਪ ਵਾਹਿਗੁਰੂ ਵਾਹਿਗੁਰੂ ਜਾਪ
ਨਿਤਨੇਮ ਦਾ ਸਹੀ ਪਾਠ ਤੇ ਕੀਰਤਨ ਸ਼ੁਰੂਆਤ ਹਨ ਤੇ ਪਰਪੱਕਤਾ ਵੀ ਹਨ। ਪਿਆਰ, ਸ਼ਰਨ, ਹੁਕਮ ਮੰਨਣ ਨਾਲ ਇਹ ਪਰਪੱਕਤਾ, ਪਿਆਰ ਨਾਲ, ਸ਼ਰਨ ਪੈ ਨਾਲ ਤੇ ਹੁਕਮ ਮੰਨਣ ਨਾਲ, ਇਹ ਤਿੰਨ ਮੁੱਢਲੇ ਅੰਗ ਜਿਹੜੇ ਹਨ, ਇਹ ਸਾਡੀ ਸਮਾਜ ਦੀ, ਸਾਰਿਆਂ ਦੀ ਸਟਾਰਟ ਹੈ ਤੇ ਇਹ ਨਹੀਂ। ਨਾਮ ਪ੍ਰਾਪਤੀ ਦਾ ਚਿੰਨ ਹੌਲੀ ਹੌਲੀ ਨੈਤਿਕ ਜੀਵਨ ਬਣ ਜਾਂਦਾ ਹੈ। ਨੈਤਿਕਤਾ ਲਿਬਾਸ ਨਹੀਂ, ਨੈਤਿਕਤਾ ਮੈਨਰਜ਼ ਨਹੀਂ, ਸਗੋਂ ਨਾਮ ਪ੍ਰਾਪਤੀ ਦੇ ਬਾਹਰੀ ਚਿੰਨ ਹਨ। ਅੰਦਰ ਵੀ ਨਾਮ ਤੇ ਬਾਹਰ ਵੀ ਨਾਮ, ਬਚਨ ਵਿੱਚ ਨਾਮ, ਮਨ ਵਿੱਚ ਨਾਮ, ਕਰਮ ਵਿੱਚ ਨਾਮ। ਜੇ ਇਹ ਜਦੋਂ ਆ ਜਾਂਦਾ ਹੈ ਤਾਂ ਸਹਿਜ ਸੰਤੋਖ ਸਦੀਵੀ ਹੋ ਜਾਂਦਾ ਹੈ। ਆਮ ਵਿਕਾਸ, ਟੈਕਨੋਲੋਜੀ, ਧਨ ਦੌਲਤ, ਸਿਫਤਾਂ, ਸੌਖ, ਇਹ ਸਾਰਾ ਕੁਝ ਵਕਤੀ ਹਨ, ਮੌਜ ਹਨ। ਸਦਾ ਦਾ ਸੁਖ, ਹਰ ਹਾਲਾਤ ਵਿੱਚ ਸੰਤੁਸ਼ਟੀ, ਸਦਾ ਦਾ ਆਨੰਦ, ਇੰਜੋਇਮੈਂਟ ਨਹੀਂ, ਸਦਾ ਦਾ ਸੰਪੂਰਨ ਸੁਖ, ਇਹ ਪ੍ਰਭੂ ਪਿਆਰ ਵਿੱਚ ਲੀਨ ਹੋ ਕੇ ਨਾਮ ਰਾਹੀਂ ਮਿਲਦਾ ਹੈ। ਸੁਖ ਨਾਹੀ ਰੇ ਹਰ ਭਗਤ ਬਿਨਾ, ਇਹ ਪ੍ਰਾਰੰਭ ਹੈ। ਨੈਤਿਕਤਾ, ਸੱਚ ਨੈਤਿਕਤਾ ਜਿਸ ਨੂੰ ਮੈਂ ਕਹ ਲਵਾਂ, ਜਾਂ ਨਾਮ ਨੈਤਿਕਤਾ ਜਿਸ ਨੂੰ ਮੈਂ ਦੇ ਦਿਆਂ, ਉਹ ਇਸ ਦੇ ਪ੍ਰਗਟ ਚਿੰਨ ਹਨ। ਮੈਂ ਬਰੀਫਲੀ ਦੱਸ ਰਿਹਾ ਹਾਂ। ਮਨ, ਬਚਨ ਤੇ ਕਰਮ ਵਿੱਚ ਨਿਰੋਲ ਸੱਚ ਆ ਜਾਏ, ਸੰਪੂਰਨ ਪਾਰਦਰਸ਼ਕਤਾ ਹੋਵੇ, ਪ੍ਰਗਟਤਾ ਹੋਵੇ, ਕੰਪਲੀਟ ਟ੍ਰਾਂਸਪੇਰੈਂਸੀ, ਸਾਰੀ ਕਾਇਨਾਤ ਇੱਕ ਸੁਰਤਾ ਤੇ ਪਿਆਰ ਵਿੱਚ ਜੁਟੀ ਮੈਨੂੰ ਨਜ਼ਰ ਆਏ, ਮੇਰਾ ਅੰਦਰ ਦਾ ਸੰਤੋਖ ਹੋ ਜਾਏ, ਚਿੰਤਾ ਤੇ ਚਿਤਵਨੀ ਖਤਮ ਹੋ ਜਾਏ, ਮਨ, ਬਚਨ ਤੇ ਕਰਮ ਵਿੱਚ ਮਿਠਾਸ ਭਰੀ ਹੋਏ, ਮੈਨਸ ਦੇ ਤੌਰ ਤੇ ਨਹੀਂ, ਇਹ ਮੇਰਾ ਅੰਦਰਲਾ ਚਰਿੱਤਰ ਹੋਵੇ। ਸੰਸਾਰਕ ਪ੍ਰਾਪਤੀਆਂ, ਸਿਫਤਾਂ ਵੀ ਇਹ ਮੈਂ ਸੀਖ ਨਾ ਕਰਾਂ, ਸੁਭਾਵਕ ਜੋ ਆਵੇ ਸੋ ਭਾਵੇ, ਪਰ ਮੈਂ ਇਹਨਾਂ ਦੇ ਉੱਤੇ ਨਾ ਮੰਨਾਂ। ਉਪਕਾਰੀ, ਜ਼ਿੰਮੇਵਾਰੀ, ਇਮਾਨਦਾਰੀ, ਨਿੱਜੀ ਅਰੋਗ, ਸਰੀਰਕ ਤਾਕਤ, ਗੁਰੂ ਹੁਕਮ, ਪੰਜ ਕਕਾਰੀ, ਸ਼ਸਤਰਧਾਰੀ ਤੇ ਅੰਮ੍ਰਿਤਧਾਰੀ, ਇਹ ਮੇਰੇ ਮਨ ਦੇ ਸਰੀਰ ਦਾ ਮੌਜ ਹੈ, ਤਾਂ ਕਿ ਮੈਂ ਰੱਬ ਦੀ ਫੌਜ ਦਾ ਇੱਕ ਬੰਦਾ ਬਣ ਜਾਵਾਂ। ਨਾ ਮੋਹ ਹੋਏ, ਨਾ ਅਹੰਕਾਰ ਹੋਏ, ਕਣ ਕਣ ਵਿੱਚ ਅੰਤਰ ਬਾਹਰ ਮੇਰਾ ਨਿਰੰਕਾਰ ਹੋਵੇ। ਇਹ ਹੁਕਮ ਗੁਰੂ ਸ਼ਬਦ ਦਾ ਜੀਵਨ, ਘੜੀਐ ਸ਼ਬਦ ਸੱਚੀ ਟਕਸਾਲ, ਇਹ ਗੁਰਮੁਖ ਸੇਵਾ ਕਾਲ ਜਿਨ ਪ੍ਰਤਾਪ ਹਾਂ, ਕੁਲਦੀਪ ਸਿੰਘ ਬੋਲ ਰਹੇ ਹਾਂ। ਸ਼ਬਦ ਸੱਚੀ ਟਕਸਾਲੀ ਇਹ ਪ੍ਰਾਪਤ ਜਿਹੜਾ ਵੈਬਿਨਾਰ ਹੈਗਾ, ਵੈਬਐਕਸ, ਇਹ ਸਾਰਾ ਕੁਝ ਸਾਡੇ ਸਾਰਿਆਂ ਲਈ ਸੱਚ ਹੈ, ਜ਼ਰੂਰੀ ਹੈ। ਲਿਆਕਤ, ਵਿਦਿਆ, ਵਪਾਰ ਤੇ ਲਿਆਕਤ ਦਾ ਪ੍ਰਸਾਰ ਇਹ ਬਾਅਦ ਵਿੱਚ ਹਨ। ਨਾਨਕ ਦੁਨੀਆ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ। ਅੰਮ੍ਰਿਤਧਾਰੀ ਮੌਜੀ ਫੌਜੀ ਸਿੰਘ ਦੀ ਅੱਜ ਦੀ ਸਿੱਖੀ ਦੀ ਪ੍ਰੈਜੈਂਟੇਸ਼ਨ ਵਿੱਚ ਮੈਂ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ, ਨਾਮਦਾਨ, ਇਸ਼ਨਾਨ ਤੋਂ ਇਸ ਐਂਫਸ ਵਿੱਚ ਭਿੰਨ, ਇਹਨਾਂ ਤੋਂ ਵੀ ਪਰੇ ਹੈ। ਇਸ ਲਈ ਹੈ ਕਿ ਨਾਮ ਹੀ ਅਸਲ ਕਿਰਤ ਹੈ, ਨਾਮ ਹੀ ਛਕਣਾ ਹੈ, ਨਾਮ ਹੀ ਵੰਡਣਾ ਹੈ। ਸੰਸਾਰੀ ਵਿਹਾਰੀ ਕਿਰਤ ਕਮਾਣੀ ਤੇ ਵੰਡ ਖਾਣੀ, ਇਹ ਇਸ ਦੀ ਟਾਈਨੀ ਮਾਈਕਰੋਸਕੋਪਿਕ ਸਮਾਲ ਇੰਪਲੀਕੇਸ਼ਨ ਹੈ। ਨੈਚੁਰਲ ਤੇ ਕਲੀਅਰ ਪ੍ਰਾਇਮਰੀ ਫੋਕਸ ਇਹ ਹੋਏ। ਨਾਮ ਸਾਡਾ ਅਸਲ ਇਨਸਾਨ ਹੈ, ਨਾਮ ਹੀ ਅਸਲ ਦਾਨ ਹੈ। ਨਾਮ ਤੋਂ ਬਿਨਾ ਕਿਰਤ ਕਰਨੀ, ਵੰਡ ਛਕਣਾ, ਨਾਮ ਤੋਂ ਬਿਨਾ ਦਾ ਦਾਨ ਤੇ ਨਾਮ ਤੋਂ ਬਿਨਾ ਦਾ ਇਸ਼ਨਾਨ ਊਣਾ, ਅਧੂਰਾ ਤੇ ਅਹੰਕਾਰ ਵੱਲ ਮੋੜਦਾ ਹੈ। ਇਸ ਲਈ ਨਾਮ ਪ੍ਰਾਪਤੀ ਵਿੱਚ ਨਿਮਰਤਾ ਸਹਿਤ ਇੱਕ ਕਰੈਲਰੀ ਪ੍ਰਵਾਨ ਹੈ ਕਿ ਇਹ ਫਾਲੋ ਕਰੇਗਾ। ਅਸੀਂ ਬਹੁਤੇ ਲੋਕੀ ਨਾਮ ਤੋਂ ਸਖਣੇ ਹੋ ਕੇ ਕੇਵਲ ਦਾਨੀ, ਇਸ਼ਨਾਨੀ, ਕਿਰਤੀ
ਤੇ ਸਾਹਮਣੇ ਦਿਸਦੇ ਸਿੱਖ ਬਣ ਕੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਤੇ ਨਾਮ ਤੋਂ ਥਿੜਕ ਜਾਂਦੇ ਹਾਂ। ਇਸ ਲਈ ਹੁਣ ਤੱਕ ਵਿਚਾਰਿਆ ਕਿ ਸਿੱਖ ਕੀ ਹੈ, ਹੁਣ ਵੇਖਣਾ ਹੈ ਸਿੱਖ ਦੀ ਦਿੱਖ ਕੀ, ਸਿੱਖ ਨਜ਼ਰ ਕਿਵੇਂ ਆਏ। ਸਿੱਖ ਵਰਤਣ ਵਿੱਚ ਨਾਲ ਰਹਿਣ ਤੇ ਨੇੜਿਓਂ ਕਰਨੀ ਵੇਖ ਕੇ ਪਤਾ ਲੱਗੇਗਾ, ਪਰ ਪਹਿਲੀ ਨਜ਼ਰੇ ਵਿੱਚ ਕੀ ਪਤਾ ਚੱਲੇਗਾ ਕਿ ਇਹ ਸਿੱਖ ਹੈ। ਸਤਿਗੁਰਾਂ ਨੇ 10 ਜਾਮਿਆਂ ਵਿੱਚ ਆਪਣੀ ਕਰਨੀ ਤੇ ਕਥਨੀ ਨਾਲ ਸਪਸ਼ਟ ਕੀਤਾ ਹੈ, ਪਰ ਅਸੀਂ ਭੁਲੇਖੇ ਵਿੱਚ ਜਾਂ ਜਾਣ ਬੁੱਝ ਕੇ ਜਾਂ ਅੰਦਰਲੇ ਧੋਖੇ ਵਿੱਚ ਬਾਹਰਲੀ ਰਹਿਤ ਤੇ ਬਾਹਰਲੀ ਸਿੱਖੀ ਬਣਾ ਕੇ ਗਲਤੀ ਕਰਦੇ ਹਾਂ। ਸਿੱਖੀ ਦੋ ਨਹੀਂ ਹਨ, ਸਿੱਖੀ ਇੱਕ ਹੀ ਹੈ, ਇੱਕੋ ਹੀ ਰੰਗ ਹੈ, ਇੱਕੋ ਹੀ ਸੰਗ ਹੈ, ਇੱਕੋ ਹੀ ਅੰਦਰੋਂ ਹੈ, ਬਾਹਰ ਤੇ ਪ੍ਰਤੱਖ ਇੱਕੋ ਦਿੱਖ ਹੈ। ਇਹ 5 ਕਕਾਰਾਂ ਤੇ ਵਿਸ਼ੇਸ਼ ਕਰਕੇ ਕੇਸ ਦਸਤਾਰ ਤੋਂ ਪ੍ਰਗਟ ਹੁੰਦੀ ਹੈ, ਪਰ ਇਹ ਸਮਝਣਾ ਕਿ ਇਹ ਬਾਹਰ ਦੀ ਸਿੱਖੀ ਹੈ, ਇਹ ਬਹੁਤ ਗਲਤ ਵਿਚਾਰ ਹੈ। ਅੰਮ੍ਰਿਤ ਛਕਿਆ ਜੀਵਨ ਤੋਂ ਪ੍ਰਗਟ ਹੁੰਦੀ ਹੈ। ਸਿੱਖੀ ਦਾ ਮੂਵਿੰਗ ਫਲੈਗ, ਸਿੱਖੀ ਦਾ ਮੂਵਿੰਗ ਇਨਸਿਗਨੀਆ, ਮੂਵਿੰਗ ਗॉडली grace, ਸਿੱਖੀ ਦੀ declared openness. Yes, I am a Sikh of Satguru and Gurbani. Yes, I am a spiritual being from the core. Yes, I belong to God and God has bestowed me. ਇਹ ਸਭ ਕੁਝ ਰੱਬ ਤੇ ਗੁਰੂ ਤੇ ਪਿਆਰ ਦੀ ਪ੍ਰਤੱਖਤਾ ਸਿੱਖ ਨੂੰ ਦੂਜਿਆਂ ਲਈ ਕੇਸ ਤੇ ਦਸਤਾਰ ਤੋਂ ਪ੍ਰਗਟ ਹੁੰਦੀ ਹੈ। ਸੋ ਕੇਸ ਤੇ ਦਸਤਾਰ ਸਿੱਖੀ ਦਾ ਫਲੈਗ ਹਨ, ਸਿੱਖੀ ਦਾ ਮਾਣ ਹਨ, ਸਿੱਖੀ ਦੀ ਡਿਗਨਿਟੀ ਹਨ। ਲੇਕਿਨ ਇਹ ਨਹੀਂ ਸਮਝਣਾ ਕਿ ਸਿਰਫ ਨਾਮ ਤੋਂ ਬਿਨਾ ਕੇਸ ਤੇ ਦਸਤਾਰ ਰੱਖੇ ਮੈਂ ਸਿੱਖ ਹੋ ਗਿਆ। ਇਹ ਭੁੱਲ ਅਸੀਂ ਸਾਰੇ ਬਹੁਤ ਜਲਦੀ ਕਰ ਲੈਂਦੇ ਹਾਂ। ਮੇਰੀ ਸਾਰਾ ਐਮਫੈਸਿਸ ਇਹੀ ਹੈ। 15 ਅਪ੍ਰੈਲ 1469 ਨੂੰ ਸ਼ਾਇਦ 20 ਵਿਸਾਖ ਦਿਨ ਥਿਤਵਾਰ ਤਾਂ ਗੁਰੂ ਦੀ ਬਾਣੀ ਦੱਸਦੀ ਹੈ ਇਮੈਟੀਰੀਅਲ ਹਨ, ਇਨਕਨਸੀਕੁਐਂਸ਼ੀਅਲ ਹਨ। ਹਿਸਟੋਰੀਕਲ ਆਗਾਜ਼, ਰੱਬ ਦੀ ਆਵਾਜ਼ ਦੀ ਸ਼ੁਰੂਆਤ, ਬਿਗਨਿੰਗ ਆਫ ਗॉडली ਸ਼ਬਦ ਨਹੀਂ ਸੀ। ਸ਼ਬਦ ਤਾਂ ਸਦਾ ਸੀ, ਸਦਾ ਹੈ, ਸਦਾ ਰਹੇਗਾ। ਸ਼ਬਦ ਰੱਬ ਦਾ ਆਰੰਭ ਨਹੀਂ, ਸ਼ਬਦ ਰੱਬ ਦਾ ਪ੍ਰਾਰੰਭ ਨਹੀਂ। ਇੱਕ ਓੰਕਾਰ ਸਦਾ ਹੈ। ਗੁਰੂ ਨਾਨਕ ਕਾਲ, ਰੱਬ ਦੇ ਗੁਰੂ ਨਾਨਕ ਕਾਲ ਦਾ ਆਰੰਭ 15 ਅਪ੍ਰੈਲ ਤੋਂ ਜੇ 1469 ਨੂੰ ਹੋਇਆ। ਮਨਾਓ, ਬੇਸ਼ੱਕ ਇਸ ਨੂੰ ਮਨਾਓ, ਲੇਕਿਨ ਭਾਵੇਂ 1 ਜਨਵਰੀ ਨੂੰ ਮਨਾਓ, ਭਾਵੇਂ ਕਿਸੇ ਦਿਨ ਮਨਾਓ। ਸਿੱਖੀ ਗੁਰੂ ਦਾ ਆਗਮਨ ਮਨਾਉਂਦੀ ਨਹੀਂ, ਸਿੱਖੀ ਗੁਰੂ ਦਾ ਆਗਮਨ ਅੰਤःਕਰਨ ਵਿੱਚ ਵਸਾਂਦੀ ਹੈ, ਉਹਦੇ ਨਾਲ ਜੀਂਦੀ ਹੈ, ਪਲ ਪਲ, ਸਵਾਸ ਸਵਾਸ। ਸਿੱਖੀ ਵਸ ਆਇਆ ਫਿਰ ਛੋੜ ਨਾ ਜਾਏ, ਇਹ ਰੀਤ ਭਲੀ ਭਗਵੰਤ ਹੈ। ਇਹ ਤਾਂ ਪੁਨੀਤ ਕਰੇ ਤਿਸ ਜਨਤੈ ਬਣ ਜਾਂਦੀ। ਆਗਮਨ ਗੁਰੂ ਨਾਨਕ ਦਾ ਹੋਇਆ, ਪਰ ਗੁਰੂ ਨਾਨਕ ਗਿਆ ਨਹੀਂ। ਗੁਰੂ ਨਾਨਕ ਸਰੀਰ ਰੂਪ ਵਿੱਚ ਆਇਆ ਹੈ। ਅਸਲ ਦੇ ਵਿੱਚ ਤਾਂ ਸ਼ਬਦ ਰੂਪ ਵਿੱਚ ਗੁਰੂ ਨਾਨਕ ਸੀ। ਇਹ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਸੀ। ਇਹ ਗੁਰੂ ਹਾਲੇ ਵੀ ਹੈ, ਇਹ ਮੇਰੇ ਅੰਦਰ ਹੈ। ਮੇਰੇ ਅੰਦਰ ਇਹਨੂੰ ਮਨਾ ਨਹੀਂ ਮੈਂ ਰਿਹਾ, ਇਸ ਨੂੰ ਅੰਦਰ ਮੈਂ ਵਸਾ ਰਿਹਾ ਹਾਂ, ਟਿਕਾ ਰਿਹਾ ਹਾਂ। ਅੰਦਰ ਮੇਰੇ ਵਸ ਕੇ ਇਹ ਜਾਏਗਾ ਨਹੀਂ। ਜਿਨ੍ਹਾਂ ਨੇ ਮੱਥਾ ਟੇਕਿਆ ਉਹ ਫਿਰ ਚੁੱਕਦੇ ਨਹੀਂ, ਉਹਨਾਂ ਦਾ ਅੰਦਰ ਮੱਥਾ ਟੇਕ ਜਾਂਦਾ। ਸੋ ਗੁਰੂ ਨਾਨਕ ਸਰੀਰ ਰੂਪ ਵਿੱਚ ਪ੍ਰਗਟ ਹੋਇਆ। ਦੌਲਤਾਂ ਦਾਈ ਨੇ ਚੁੱਕ ਕੇ ਪਿਤਾ ਕਾਲੂ ਤੇ ਤ੍ਰਿਪਤਾ ਮਾਤਾ ਨੂੰ ਦੱਸਿਆ, ਦਰਸਾਇਆ, ਦਿਖਾਇਆ। ਇਹ ਬਾਲਕ ਗੁਰੂ ਦੇ ਕੇਸ ਅਕਾਲ ਪੁਰਖ ਦੇ ਨਾਲ ਹੀ ਸਰੀਰ ਦਾ ਅੰਗ ਬਣਾ ਕੇ ਲੈ ਕੇ ਆਇਆ ਸੀ। ਗੁਰੂ ਨਾਨਕ ਕੇਸਾਧਾਰੀ ਆਇਆ ਸੀ, ਕੇਸਾਧਾਰੀ ਰਿਹਾ, ਕੇਸਾਧਾਰੀ ਹੀ ਦੁਨੀਆ ਵਿੱਚ ਰਹਿ ਕੇ ਕੇਸਾਧਾਰੀ ਅਕਾਲ ਪੁਰਖ ਕੋਲ ਗਿਆ।
ਗੁਰੂ ਨਾਨਕ ਦੀਆਂ ਪ੍ਰਚਲਿਤ ਸਾਖੀਆਂ ਵਿੱਚ ਜਨੇਊ ਸਾਖੀ ਹੈ, ਪਾਂਧੇ ਕੋਲ ਜਾਣ ਦੀ ਸਾਖੀ ਹੈ। ਮਾਫ ਕਰਨਾ ਮੇਰੀ ਕੁੱਤੀ ਜ਼ੁਬਾਨ ਨੂੰ, ਪਰ ਕੇਸ ਹਟਾਉਣ ਦੀ, ਕੇਸ ਮਟਾਉਣ ਦੀ, ਕੇਸ ਟ੍ਰਿਮ ਕਰਨ ਦੀ ਕੋਈ ਸਾਖੀ ਨਹੀਂ। ਮੈਨੂੰ ਲੱਖ ਵਾਰ ਫਿੱਟੇ ਮੂੰਹ ਹੋਇਆ ਜੇ ਮੈਂ ਕਿਸੇ ਕੋੜੇ ਨੂੰ ਮੂੰਹ ਨਾਲ ਇਹ ਕਹਿੰਦਾ ਹਾਂ ਕਿ ਮੈਂ ਕੇਸਾ ਧਾਰੀ ਨਹੀਂ ਹਾਂ, ਕਿਉਂਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦਾ ਨਹੀਂ। ਅਕਾਲ ਪੁਰਖ ਦਾ ਸਰੀਰ ਕੇਸਾ ਧਾਰੀ ਆਗਮਨ 15 ਵਿਸਾਖ ਨੂੰ ਗੁਰੂ ਨਾਨਕ ਵਿੱਚ ਹੋਇਆ। ਅਕਾਲ ਪੁਰਖ ਭਰਪੂਰ ਸੀ, ਉਹ ਜਗਤ ਵਿੱਚ ਵਿਆਪਕ ਹੀ ਸੀ। ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ, ਸਗਲ ਘਟ ਰਹਿਓ ਵਿਆਪੇ। व्यापत देखिए जगत, जाने कौन तेरी गत, सर्व की रक्षा करे आप ही पत, अविनाशी अवगत आपे आप उत्पत, एक है तू ही एक है, आन नाही तुम पे, हर अंत नाही पारावार, कौन है करे विचार, जगत पिता है सर्व प्राण को आधार, जन नानक भगत दर, तुल ब्रह्म समसर, एक जी क्या बखाने, आके बल 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 सद बलिया। ਇਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਆ। ਇਹ ਗੁਰੂ ਨਾਨਕ ਦੀ ਮੋਹਰ ਬਣ ਕੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ। ਗੁਰੂ ਅੰਗਦ ਸਾਹਿਬ ਦਾ ਆਗਮਨ 31 ਮਾਰਚ 1504 ਵਿੱਚ ਹੋਇਆ। ਮਾਫ ਕਰਨਾ ਜੇ ਮੈਂ ਰਿਪੀਟ ਕਰ ਰਿਹਾ, ਇਹ ਆਗਮਨ ਕੇਸਾਂ ਸਮੇਤ ਹੋਇਆ। ਗੁਰੂ ਨਾਨਕ ਜੋਤੀ ਜੋਤ ਸਮਾਨ ਵੇਲੇ, ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਨ ਵੇਲੇ ਗੁਰੂ ਅੰਗਦ 35 ਸਾਲ ਦੇ ਕੇਸਾ ਧਾਰੀ ਸੀ। ਗੁਰੂ ਨਾਨਕ ਜੋਤੀ ਜੋਤ ਸਮਾਨ ਵੇਲੇ ਹੀ ਗੁਰੂ ਅਮਰਦਾਸ ਸਰੀਰ ਰੂਪ ਵਿੱਚ ਆਗਮਨ 5 ਮਈ 1479 61 ਸਾਲ ਦੇ ਕੇਸਾ ਧਾਰੀ ਸਨ। ਗੁਰੂ ਰਾਮਦਾਸ ਜੀ ਵੀ ਉਸੇ ਵੇਲੇ ਆਪਣੇ ਸਰੂਪ ਸਰੀਰ ਰੂਪ ਵਿੱਚ ਜਨਮ 24 ਮਾਰਚ 1534 ਗੁਰੂ ਨਾਨਕ ਜੋਤ ਦੇ ਜੋਤੀ ਜੋਤ ਸਮਾਨ ਵੇਲੇ 5 ਸਾਲ ਦੇ ਬਾਲਕ ਸਨ। 4 ਗੁਰੂ ਇੱਕੋ ਵੇਲੇ ਸਰੀਰ ਰੂਪ ਵਿੱਚ ਕੇਸਾ ਧਾਰੀ 16ਵੀਂ ਸਦੀ ਵਿੱਚ ਪੈਰ ਰੱਖ ਚੁੱਕੇ ਸਨ। ਬਾਕੀ 6 ਗੁਰੂ ਸਾਰੇ ਦੇ ਸਾਰੇ 17ਵੀਂ 18ਵੀਂ ਸਦੀ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਦਾ ਸਾਰੀ ਉਮਰ ਤੇ ਅੱਜ ਵੀ ਅਕਾਲ ਪੁਰਖ ਵਾਂਗ ਸਰੀਰ ਵਿੱਚ ਕੇਸਾ ਧਾਰੀ ਦਰਸ਼ਨ ਦਿੰਦੇ ਰਹੇ ਹਨ। ਕਈਆਂ ਨੂੰ ਜਿਨ੍ਹਾਂ ਦੀ ਲਾਲਸਾ ਕੇਵਲ ਸਰੂਪ ਰੂਪ ਦੀ ਦਰਸ਼ਨ ਦੀ ਹਾਲੇ ਗਈ ਨਾ ਹੋਵੇ, ਉਹਨਾਂ ਨੂੰ ਵੀ ਉਹ ਮਿਲਾ ਲੈਂਦੇ ਹਨ, ਉਹਨਾਂ ਨੂੰ ਵੀ ਇਹ ਦਰਸ਼ਨ ਦੇ ਦਿੰਦੇ ਹਨ ਤੇ ਮੈਨੂੰ ਯਕੀਨ ਹੈ ਉਹ ਦਿੰਦੇ ਰਹਿਣਗੇ। ਸਾਰੇ ਗੁਰੂ ਸਦਾ ਸਨ, ਸਦਾ ਹਨ, ਉਹ ਸਦਾ ਹਨ। ਸਰੀਰ ਆਇਆ, ਇਹ ਵਲਗਣ ਚਲੀ ਗਈ, ਪਰ ਜਦ ਉਹ ਇਸ ਸਰੀਰ ਦੀ ਵਲਗਣ ਵਿੱਚ ਰਹੇ, ਉਹ ਕੇਸਾ ਧਾਰੀ ਰਹੇ। ਉਹ ਸਰੀਰ ਦੀ ਬੰਦਸ਼ ਵਿੱਚ ਨਹੀਂ ਸਨ, ਨਾ ਹਨ, ਸਦਾ ਸ਼ਬਦ ਰੂਪ ਹਨ। 1469 ਤੋਂ 1708 ਤੱਕ 15 ਅਪ੍ਰੈਲ 7 ਅਕਤੂਬਰ ਤੱਕ 239 ਸਦੀ, 239 ਸਾਲ, 2 ਸਦੀਆਂ 40। ਅਸੀਂ ਕੇਵਲ ਸਰੀਰ ਰੂਪ, ਸ਼ਬਦ ਰੂਪ ਮੇਰਾ ਸਤਿਗੁਰੂ ਹੈ। ਅਸੀਂ ਕੇਵਲ ਸਰੂਪ, ਸਰੀਰ ਰੂਪ, ਕੇਵਲ ਕੇਸਾ ਧਾਰੀ ਹੋਵਾਂਗੇ ਜੇ ਅਸੀਂ ਗੁਰੂ ਦੇ ਸਿੱਖ। ਮੈਂ, ਤੁਸੀਂ, ਅਸੀਂ ਸਾਰੇ ਗੁਰ ਸ਼ਬਦ ਰੂਪ ਵਿੱਚ ਕਾਇਆ ਨਾਲ ਨਾਸ ਹੋਣ ਤੋਂ ਕਾਇਆ ਦੇ ਬਾਅਦ ਸ਼ਬਦ ਰੂਪ ਵਿੱਚ ਸਮਾ ਸਕਦੇ ਹਾਂ, ਸੰਪੂਰਨ ਹੋ ਕੇ, ਬ੍ਰਹਮ ਗਿਆਨੀ ਹੋ ਕੇ। ਮੈਨੂੰ ਨਹੀਂ ਪਤਾ ਕਦੋਂ ਤੇ ਕਿਤਨੇ ਜਨਮ ਤੇ ਮੌਤਾਂ ਬਾਅਦ ਇਹ ਬ੍ਰਹਮ ਗਿਆਨ ਆਏ। ਇਹ ਹੋ ਸਕਦਾ ਹੈ ਸ਼ਬਦ ਵਿੱਚ ਸਦਾ ਲਈ ਵੀ ਹੋ ਸਕਦਾ ਹੈ। ਇਸੇ ਲਈ ਨਿਰੰਕਾਰ ਰਚਿਆ ਜੂਨੀਆਂ ਦਾ ਸਫ਼ਰ ਹੈ, ਜੋ ਅੰਤਰ ਪੜਾਅ ਵਿੱਚ ਸ਼ਬਦ ਵਿੱਚ ਅਭੇਦ ਹੁੰਦਾ ਹੈ। ਅਸੀਂ ਸਤਿਗੁਰ ਬਾਣੀ, ਗੁਰ ਸ਼ਬਦ ਵਿੱਚ ਕਦੇ ਕਦੇ ਕਿਸੇ ਕਿਸੇ ਵੇਲੇ ਲਿਵਲੀਨ ਹੋ ਜਾਂਦੇ, ਲਿਵਲੀਨ ਹੋ ਸਕਦੇ ਹਾਂ,
ਪਰ ਸਤਿਗੁਰੂ ਸਦਾ ਸ਼ਬਦ ਅਭੇਦ ਸੀ। ਅਸੀਂ ਉਹ ਨਹੀਂ ਹੋ ਸਕਦੇ, ਅਸੀਂ ਉਹਨਾਂ ਦੀ ਗੁਰੂ ਗ੍ਰੰਥ ਗੁਰਬਾਣੀ ਦਰਸ਼ਨ ਹਰ ਵੇਲੇ ਹਰ ਥਾਂ ਵਿੱਚ ਟਿਕ ਸਕਦੇ। ਮੇਰੇ ਸਤਿਗੁਰਾਂ ਦੇ ਨਿਕਟਵਰਤੀ ਸਿੱਖ ਸਤਿਗੁਰਾਂ ਦੇ ਸਰੀਰ ਕਾਲ ਵਿੱਚ 239 ਸਾਲ ਸਾਰੇ ਦੇ ਸਾਰੇ ਕੇਸਾ ਧਾਰੀ ਸਨ। ਕੇਸਾ ਧਾਰੀ ਰਾਮ, ਇੱਕ ਮਾਫੀ ਦੀ ਗੱਲ ਹੈ, ਅਸੀਂ ਕੇਸਾ ਧਾਰੀ ਇਸ ਲਈ ਨਹੀਂ ਕਿ ਫੈਸਲਾ ਕਰਨਾ ਹੈ ਕੇਸ ਰੱਖਾਂ ਜਾਂ ਨਾ। ਕੇਸ ਤਾਂ ਹਰ ਸਰੀਰ ਪ੍ਰਾਣੀ ਦੇ ਨਾਲ ਹੀ ਸਰੀਰ ਦਾ ਅੰਗ ਬਣ ਕੇ ਹੀ ਆਉਂਦੇ ਹਨ। ਜਿਵੇਂ ਗੁਰੂ ਸਰੀਰ ਦਾ ਅੰਗ ਬਣ ਕੇ ਆਏ ਸਨ, ਇਵੇਂ ਮੇਰੇ ਸਰੀਰ ਦਾ ਵੀ ਅੰਗ ਬਣ ਕੇ ਆਉਂਦੇ। ਅਕਾਲ ਪੁਰਖ ਨੇ ਹਰ ਇਨਸਾਨ ਨੂੰ ਕੇਸ ਦੇ ਕੇ ਭੇਜਿਆ। ਅਸੀਂ ਮੂਰਖਤਾ ਵਿੱਚ ਰੱਬ ਦੀ ਦਿੱਤੀ ਸੂਰਤ ਨੂੰ ਭੰਦੇ ਹਾਂ। ਅਸੀਂ ਕੇਸ ਧਾਰਨ ਨਹੀਂ ਕਰਦੇ ਹਾਂ, ਅਸੀਂ ਕੇਸ ਲੈ ਕੇ ਜਨਮਦੇ ਹਾਂ। ਅਸੀਂ ਕੇਸਾਂ ਦੀ ਬੇਅਦਬੀ ਕਰ ਸਕਦੇ ਹਾਂ, ਲੇਕਿਨ ਕੇਸਾਂ ਦਾ ਅਦਬ ਮੇਰਾ ਨਿਰੰਕਾਰ ਮੈਨੂੰ ਦੇ ਕੇ ਭੇਜਦਾ ਹੈ। ਅਕਾਲ ਪੁਰਖ ਦੇ ਦਿੱਤੇ ਰੂਪ ਵਿੱਚ ਜਦੋਂ ਆਉਂਦੇ ਹਾਂ, ਸਰੀਰ ਨਸ਼ਟ ਸਮੇਂ ਇਹ ਆਪਣੇ ਆਪ ਨੈਚੁਰਲ ਰੂਪ ਵਿੱਚ ਨਸ਼ਟ ਹੋ ਜਾਂਦਾ। ਸੰਤ ਪਿੰਡਰਾਂ ਵਾਲਿਆਂ ਜੀ ਨੇ ਮੈਨੂੰ ਦੱਸਿਆ ਹੈ, ਅਸੀਂ ਸੁਣਿਆ ਹੈ ਕਿ 33 ਕਰੋੜ ਦੇਵਤੇ, 9 ਦੇਵੀ, 1.25 ਲੱਖ ਪੈਗੰਬਰ, 52 ਵੀਰ, 84 ਸਿੱਧ, 6 ਜਤੀ, 9 ਨਤੀ, 9 ਨਾਥ, 64 ਜੋਗਣੀਆਂ, 45 ਪਰਮ ਦੈਂਤ, ਇਹ ਸਾਰੇ ਦੇ ਸਾਰੇ ਕੇਸਾ ਧਾਰੀ ਸਨ। ਸਿੱਖ ਅੱਜ ਦੇ ਹਿੰਦੂਆਂ ਦਾ ਨਹੀਂ, ਇਹਨਾਂ ਸਾਰਿਆਂ ਦਾ ਮੁੱਢ ਹੈ। ਇਹ ਸੰਖਿਆ, ਇਹ ਇਤਿਹਾਸ, ਇਹ ਮਿਥਿਆਸ ਮੈਨੂੰ ਨਹੀਂ ਪਤਾ ਕਿਤਨਾ ਸੱਚ ਹੈ, ਪਰ ਮੈਨੂੰ ਇਹ ਪਤਾ ਹੈ ਕਿ ਇਤਿਹਾਸ ਅਨੁਸਾਰ ਕੇਸ ਗੁਰੂ ਦਾ ਹੁਕਮ ਹਨ। ਗੁਰੂ ਨਾਨਕ ਦੇ ਆਗਮਨ ਵੇਲੇ ਵੀ ਸਨ, ਗੁਰੂ ਗੋਬਿੰਦ ਸਿੰਘ ਜੀ ਤੱਕ ਵੀ ਸਨ। ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਿੱਚ ਇਸ ਨੂੰ ਅੰਤਮ ਡੈਕਲੇਰੇਸ਼ਨ ਰਿਟਨ ਕੋਡ ਬਣਾ ਕੇ ਪ੍ਰਗਟ ਕੀਤਾ ਹੈ। ਮਾਇਆਧਾਰੀ, ਸਿਆਣਪਕਾਰੀ, ਵਾਹ ਦੇ ਚਹਿਮਾਨ ਲੋਕਾਂ ਨੂੰ ਸਿਆਣਪਕਾਰੀ ਬਣਾਉਣ ਵਾਲੇ ਸਿੱਖ ਨਹੀਂ ਹਨ। ਦਲੀਲ ਤੇ ਬਹਿਸਬਾਜ਼ੀ ਵਾਲੇ ਨਹੀਂ, ਗੁਰੂ ਦੇ ਹੁਕਮ ਬਣੇ ਹੀ ਸਿੱਖ। ਜੇ ਅਸੀਂ ਗੁਰੂ ਦੇ ਹੁਕਮ ਤੇ ਰਹਿਣਾ ਹੈ ਤਾਂ ਨਿਰੰਕਾਰ ਤੇ ਗੁਰੂ ਨੇ ਕੇਸਾਂ ਦੀ ਸਾਨੂੰ ਦਿੱਤੀ ਦਾਤ ਹੈ, ਸੰਭਾਲ ਹੈ। ਦਸਤਾਰ ਕੇਸਾਂ ਦੀ ਸੰਭਾਲ ਤੇ ਕੇਸਾਂ ਦੇ ਰੱਖ ਰਖਾਵ ਦਾ ਇੱਕ ਚਾਵ ਹੈ। ਇਟ ਇਜ਼ ਅ ਫੌਂਡਨੈਸ ਕਿ ਮੈਨੂੰ ਮੇਰੇ ਕੇਸਾਂ ਤੇ ਮਾਣ ਹੈ, ਮੈਨੂੰ ਪ੍ਰਾਈਡ ਹੈ ਕਿ ਮੈਂ ਓਪਨਲੀ ਡਿਕਲੇਅਰਡ ਸਿੱਖ ਹਾਂ। ਕੇਸ ਤੇ ਦਸਤਾਰ ਰਲ ਕੇ ਖਾਲਸੇ ਦੀ ਸ਼ਾਨ, ਖਾਲਸੇ ਦੀ ਓਪਨਨੈਸ, ਖਾਲਸੇ ਦੀ ਡਿਕਲੇਰੇਸ਼ਨ ਤੇ ਖਾਲਸੇ ਦੇ ਕੰਸਪੀਕੂਅਸ ਹੋਣ ਦਾ ਦਾਵਾ ਹਨ। ਕੇਸ ਫੈਸ਼ਨ ਨਹੀਂ, ਖਾਲਸੇ ਦੀ ਜਾਨ ਤੇ ਈਮਾਨ ਹਨ, ਕਿਉਂਕਿ ਗੁਰੂ ਦਾ ਹੁਕਮ ਲਵ ਹੈ। ਇਹ ਬਾਹਰਲੇ ਸਿੰਬਲ ਨਹੀਂ ਹਨ, ਪਿਆਰੇ ਦਾ ਪਿਆਰ ਹਨ। ਇਹ ਮੇਰੇ ਦਿੱਤੇ ਨਿਰੰਕਾਰ ਹਨ, ਇਹ ਮੇਰੀ ਬਿਊਟੀ, ਇਹ ਮੇਰਾ ਸ਼ਿੰਗਾਰ ਹਨ, ਪਰ ਮੇਰੇ ਅੰਦਰ ਵਸੇ ਨਿਰੰਕਾਰ ਮੇਰੇ ਸਤਿਗੁਰੂ ਦਾ ਪ੍ਰਤੀਕ ਵੀ ਹਨ। ਉਸ ਅੰਦਰ ਵਸੇ ਨਿਰੰਕਾਰ ਦਾ ਇਹ ਸਬੂਤ ਹਨ। ਪਿੰਡਾ ਧੋਣ ਨਾਲ, ਕੱਪੜੇ ਸ਼ਿੰਗਾਰਨ ਨਾਲ, ਸੋਹਣੇ ਹੋਣ ਨਾਲ ਨਹੀਂ, ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋ। ਸੋਹਣਾ ਲੱਗਣਾ, ਸੋਹਣਾ ਬਣਨਾ ਹੈ, ਸੋਹਣਾ ਦੱਸਣਾ ਹੈ, ਸੋਹਣਾ ਡਿਕਲੇਅਰ ਹੋਣਾ ਹੈ। ਸਾਡੇ ਕੇਸ ਇਹ ਦਸਤਾਰ ਸਾਨੂੰ ਦਿੰਦੇ ਹਨ। ਗੁਰੂ ਗੁਰਬਾਣੀ ਬਿਨਾ ਕਦੀ ਸੁਖ ਨਹੀਂ ਹੈ, ਤੇ ਨਾ ਹੀ ਰਸ ਹੈ, ਤੇ ਨਾ ਹੀ ਮੌਜ ਹੈ, ਤੇ ਨਾ ਹੀ ਔਖ ਹੈ, ਨਾ ਹੀ ਸਿੱਖੀ ਕੋਈ ਬੋਝ ਹੈ। ਇਸ ਤਰ੍ਹਾਂ ਤਾਂ ਜੇ ਅਸੀਂ ਇਹ ਸਮਝੀਏ ਕਿ ਕੇਸ ਤੇ ਮੇਰਾ ਰੂਪ ਬੋਝ ਹੈ, ਤਾਂ ਕੱਚ ਕਛਹਿਰਾ ਵੀ ਬੋਝ ਲੱਗੇਗਾ। ਨੰਗੇਜ ਪ੍ਰਦਰਸ਼ਨ ਵਾਲਿਆਂ ਲਈ ਉਹ ਪ੍ਰਦਰਸ਼ਨ ਨਹੀਂ ਹੈ, ਇਹ ਕਾਮ ਦਾ ਉਬਾਰ ਹੈ, ਇੱਕ ਨਿਮਕ ਸਵਾਦ ਨਹੀਂ।
ਕੋਟ ਦਿਨਸ ਦਾ ਦੁੱਖ ਹੈ। ਸਿੱਖ ਨੰਗੇਜ ਦਾ ਪ੍ਰਦਰਸ਼ਨ ਨਹੀਂ ਹੈ, ਸ਼ਸਤਰਧਾਰੀ ਹੈ। ਸ਼ਸਤਰ ਦੀ ਪ੍ਰਦਰਸ਼ਨੀ ਵੀ ਨਹੀਂ। ਆਤਮਾ ਦੇ ਨਾਮ ਦਸਤਾਰ ਤੇ ਕੇਸ, ਇਹ ਦੋ ਨਹੀਂ ਹਨ, ਇੱਕੋ ਇੱਕ ਅਨਿਖੜਵਾਂ ਰੰਗ, ਇੱਕੋ ਇੱਕ ਅਨਿਖੜਵਾਂ ਰੰਗ ਹੈ। ਇਹ ਰੱਬ ਤੇ ਗੁਰੂ ਦੀ ਆਤਮਕ ਜੀਵਨ ਦਾਤ ਹੈ, ਜੋ ਪ੍ਰਾਣ ਸਰੀਰ ਜੀਵਨ ਤੋਂ ਕਿਤੇ ਉੱਪਰ। ਬੰਦਾ ਸਿੰਘ, ਉਹਨਾਂ ਦਾ ਬੱਚਾ ਅਜੈ ਸਿੰਘ 5 ਸਾਲ ਦਾ ਸੀ। 740 ਸਿੰਘ ਗ੍ਰਿਫਤਾਰ ਹੋਏ, ਹੋਰ ਕਿਤਨੇ ਹੀ ਰਸਤੇ ਵਿੱਚ ਲਾਹੌਰ ਤੋਂ ਦਿੱਲੀ ਸ਼ਾਮਲ ਹੋਏ। 29 ਫਰਵਰੀ 1716 ਨੂੰ ਬੁੱਧਵਾਰ ਦਾ ਹੀ ਦਿਨ ਸੀ, ਉਹ ਉੱਥੇ ਪਹੁੰਚੇ ਹਨ। 5 ਮਾਰਚ ਤੋਂ ਸ਼ਹੀਦੀਆਂ ਦਾ ਪ੍ਰਤੱਖ ਸਿਲਸਿਲਾ ਸ਼ੁਰੂ ਹੋਇਆ। ਬਾਬਾ ਜੀ ਗੁਰੂ ਸਿੱਕਾ ਸਤਨਾਮ ਚਲਾ ਚੁੱਕੇ ਸਨ, ਇਸ ਲਈ ਮਿਸ਼ਨ ਸਕਸੈਸ ਹੋ ਚੁੱਕਿਆ ਸੀ। ਹੁਣ ਤੇ ਉਸ ਮਿਸ਼ਨ ਸਕਸੈਸ ਦੀ ਡਿਕਲੇਰੇਸ਼ਨ ਦੀ ਲੋੜ ਸੀ। ਇਸ ਲਈ ਉਹ, ਉਹਨਾਂ ਦਾ ਬੱਚਾ ਤੇ ਸਿੱਖ ਮਾਂ ਨੂੰ ਵੀ ਪਰੇ ਰੱਖ ਕੇ ਇੱਕ ਨੌਜਵਾਨ ਬੱਚਾ ਜ਼ਕਰੀਆ ਖਾਨ ਵੇਲੇ ਸ਼ਹੀਦ ਹੋ ਗਏ। 24 ਜੂਨ 1734 ਨੂੰ ਭਾਈ ਮਨੀ ਸਿੰਘ ਜੀ ਉਮਰ 90 ਸਾਲ ਬੰਦ ਕਟਵਾ ਕੇ ਸ਼ਹੀਦ ਹੋਏ। ਉਹਨਾਂ ਦੇ 11 ਭਰਾ, 10 ਸੁਪੁੱਤਰ, ਭਤੀਜੇ ਸਾਰੇ ਸ਼ਹੀਦ। ਇਹ ਜੀਵਨ ਦਾ ਸੁੱਖ ਲੈਣ ਲਈ ਨਹੀਂ, ਇਹ ਜੀਵਨ ਦਾ ਸੌਖ ਲੈਣ ਲਈ ਨਹੀਂ ਸਨ, ਇਹ ਜ਼ਿੰਦਗੀ ਦੀ ਕੋਈ ਕਨਵੀਨੀਅੰਸ ਲੈਣ ਲਈ ਨਹੀਂ ਸਨ, ਇਹ ਕੋਈ ਹੈਂਡਸਮਨੈਸ ਦਿਖਾਉਣ ਦਾ ਲੈਣ ਲਈ ਨਹੀਂ ਸਨ। ਇਸ ਦਸਤਾਰ ਤੇ ਨਾਮ ਭਰਪੂਰ ਇਹ ਸਿੱਖ ਸਨ। ਕੋਈ ਬਾਹਰੀ ਫੈਸ਼ਨ, ਬਾਹਰੀ ਵਕਤੀ ਬਿਊਟੀ ਪਾਰਲਰ ਸਿੱਖੀ ਵਿੱਚ, ਇਸ ਸਿੱਖੀ ਦੇ ਮੁਕਾਬਲੇ ਵਿਸ਼ਟਾ ਵਿੱਚ ਵਿਆਹਣਾ ਤੇ ਸ਼ਰਨਾ ਹੈ। 1739 ਵਿੱਚ ਬੋਤਾ ਸਿੰਘ, ਗਰਜਾ ਸਿੰਘ, ਇਹ ਵੀ ਅਸਲ ਸੋਵਰੇਨਟੀ ਪ੍ਰਗਟ ਕਰਕੇ ਤੇ ਡਿਕਲੇਅਰ ਹੋਏ। ਮੈਂ ਸਾਰਾ ਇਤਿਹਾਸ ਨਹੀਂ ਦੱਸ ਰਿਹਾ, ਨਾ ਮੈਂ ਡੇਟਸ ਦੇ ਜ਼ੋਰ ਦੇ ਰਿਹਾ, ਮੈਂ ਤੇ ਇਹ ਕਹਿ ਰਿਹਾ ਹਾਂ ਕਿ ਇਤਿਹਾਸ ਪੜ੍ਹ ਕੇ ਅਸੀਂ ਸੁਣਨਾ ਤੇ ਸੁਣਾਉਣਾ ਸਿੱਖੀ ਨਹੀਂ ਸਮਝਣੀ, ਇਤਿਹਾਸ ਬਣਾਉਣਾ ਸਿੱਖੀ ਹੈ। ਮੈਂ ਆਪ ਉਹ ਹੋਣਾ ਹੈ। ਸਿੱਖੀ ਕੇਸ, ਦਸਤਾਰ, 5 ਕਕਾਰ ਤੇ ਅੰਮ੍ਰਿਤ, ਇਹ ਸਾਰੇ ਰਲ ਕੇ ਇੱਕੋ ਇੱਕ ਯੂਨਿਟ ਹਨ, ਸਿੰਗਲ ਯੂਨਿਟ। ਸਿੱਖ ਅਕਾਲ ਪੁਰਖ ਦਾ ਫੌਜੀ ਤੇ ਮਨ ਦਾ ਮੌਜੀ ਸਿੱਖ ਹੈ। ਬਾਕੀ ਅਸੀਂ ਸਾਰੇ ਸਿੱਖ ਨਹੀਂ ਹਾਂ, ਅਸੀਂ ਵਾਹ ਤੇ ਜੈਕਾਰੇ ਵਾਲੇ ਕੱਚੇ ਪਿੱਲੇ ਸਿੱਖ ਹਾਂ। ਸਿੱਖ ਰੋਜ਼ ਦੀ ਜੰਗਜੂ ਹੈ ਵਿਕਾਰਾਂ ਨਾਲ, ਸੱਚੇ ਸਾਹ ਨਾਮ ਦੇ ਨਾਲ ਹੈ, ਨਾਮ ਨਾਲ ਹੀ ਅੰਮ੍ਰਿਤ ਵੇਲੇ ਦਾ ਬੀਂਗ ਸ਼ਾਹ ਬਣਦਾ ਹੈ। ਸਹੀ ਪੂਰੇ ਸਾਹ ਵਕਤੇ ਉੱਪਰ ਲੜ ਪਏ। ਅਸੀਂ ਜਿਹੜੇ ਇੰਟੈਲੈਕਚੁਅਲ ਅਪਰੋਚ ਵਾਲੇ, ਅਸੀਂ ਜਿਹੜੇ ਵਿਦਵਾ ਦੀ ਅਪਰੋਚ ਵਾਲੇ, ਸਿੱਖੀ ਨੂੰ ਸਿਰਫ ਜ਼ਾਹਰ ਕਰਨ ਦਾ ਸਮਝਦੇ ਹਾਂ। ਮੇਰੀ ਬੇਨਤੀ ਹੈ ਕਿ ਸਿੱਖੀ ਅੰਦਰ ਬਾਹਰ ਇੱਕ ਜ਼ਾਹਿਰ ਹੈ। ਅੰਮ੍ਰਿਤ ਵੇਲੇ ਜੇ ਮੈਂ ਨਹੀਂ ਜਾਗਦਾ, ਕੇਸ ਰੱਖੇ ਹਨ, ਜੇ ਮੈਂ ਅੰਮ੍ਰਿਤ ਵੇਲੇ ਪਾਠ ਤੇ ਨਾਮ ਨਹੀਂ ਜਪਦਾ ਤੇ ਮੈਂ ਕੇਸ ਰੱਖੇ ਹਨ, ਮੈਂ ਵੀ ਹਾਲੇ ਸਿੱਖ ਨਹੀਂ ਹਾਂ। ਇਸ ਨੂੰ ਜਦੋਂ ਮੈਂ ਸਵੀਕਾਰ ਕਰ ਲਵਾਂ, ਇਸ ਨੂੰ ਜਦੋਂ ਮੈਂ ਦੂਜਿਆਂ ਨੂੰ ਦੱਸਾਂਗਾ, ਉਸ ਵੇਲੇ ਸਾਰੇ ਸਿੱਖੀ ਨੂੰ ਅੰਦਰੋਂ ਸਮਝ ਜਾਣ। ਅਸੀਂ ਅੰਮ੍ਰਿਤ ਵੇਲੇ ਜਾਗਣ ਵਾਲੇ ਸਾਹ ਦੀ ਬਜਾਏ ਇੰਟੈਲੈਕਚੁਅਲ ਡਿਸਕਸ਼ਨ ਨੂੰ ਸਿੱਖੀ ਦੀ ਸਾਰੀ ਸਮਝ ਸ਼ਾਨ ਨਾ ਮੰਨੀਏ। ਤਾਰੀਫ ਕਰਨ ਦੇ ਸਵਾਦ ਵਿੱਚ ਅਸੀਂ ਜਾਂ ਤਾਰੀਫ ਲੈਣ ਦੇ ਸਵਾਦ ਵਿੱਚ ਫਸੇ ਹੋਏ ਨਾ ਬਣੀਏ। ਅਰਦਾਸ ਕਰੀਏ, ਵਾਹਿਗੁਰੂ ਆਲਸ, ਸੌਖ, ਰੁਚਰਬਾਜ਼ੀ ਤੇ ਸ਼ੋਬਾਜ਼ੀ ਤੇ ਵਾਹ ਲੈਣ ਵਾਲੀ ਸਿੱਖੀ ਤੋਂ ਮੈਨੂੰ ਪਰੇ ਕਰਕੇ ਕੇਵਲ ਵਾਹ ਨਹੀਂ,
ਕੇਵਲ ਤੇ ਕੇਵਲ ਸਿੱਖੀ ਦੇਵੇ। ਸਿੱਖੀ ਪੋਲੀਟੀਕਲ ਡੋਮੀਨੈਂਸ ਲਈ ਨਹੀਂ ਜੀਂਦੀ, ਇਕਨੋਮਿਕ ਪ੍ਰੋਸਪੈਰਿਟੀ ਤੇ ਉਹਦੇ ਲਈ ਨਹੀਂ ਜੀਂਦੀ। ਇਹ ਕੋਲਾਰਰੀਜ਼ ਹਨ, ਇਹ ਫਾਲੋ ਅਪ ਪਰਛਾਵੇਂ ਹਨ। ਆ ਜਾਣ ਪਰਵਾਹ ਨਹੀਂ, ਨਾ ਆਣ ਤਾਂ ਵੀ ਸਿੱਖ ਸ਼ਹਿਨਸ਼ਾਹ ਹੈ। ਸਿੱਖੀ ਇਹਨਾਂ ਦੀ ਬਜਾਏ ਸੱਚੇ ਸੁੱਚੇ ਓਪਨ ਡਿਕਲੇਅਰਡ ਸਿੱਖ ਬਣਨ ਦੀ ਗੁਰੂ ਦੀ ਮੋਹਰ ਲਾਂਦੀ ਹੈ, ਵਿਖਾਂਦੀ ਹੈ, ਇਸ ਪ੍ਰਾਈਡ ਤੇ ਜਿੰਦੀ ਹੈ। ਮੇਰੀਆਂ ਇਹ ਭਾਵਨਾਵਾਂ ਹਨ, ਇਹ ਮੇਰੀ ਵਿਦਵਤਾ ਨਹੀਂ ਹੈ, ਇਹ ਮੇਰੀ ਜਾਨ ਹੈ, ਇਹ ਮੇਰੀ ਪ੍ਰਾਨ ਹੈ। ਤੇ ਮੈਂ ਆਪ ਜੀ ਨਾਲ ਇਸ ਲਈ ਸਾਂਝੀ ਕਰ ਰਿਹਾ ਕਿ ਮੈਨੂੰ ਇਹ ਝੰਜੂਰ ਦੇਵੇ ਕਿ ਕੀ ਮੈਂ ਅੰਦਰੋਂ ਬਾਹਰ ਦਾ ਸੱਚਾ ਇੱਕੋ ਸਿੱਖ ਹਾਂ, ਕਿ ਮੈਂ ਸਿਰਫ ਇਹ ਕਹਿਣ ਵਾਲਾ ਵਾਂ ਕਿ ਬਾਹਰ ਹੋਰ ਤੇ ਅੰਦਰ ਹੋਰ। ਅਸੀਂ ਕੱਚੇ ਨਹੀਂ ਹਾਂ, ਅਸੀਂ ਸੱਚੇ ਹਾਂ, ਜਿਨ੍ਹਾਂ ਦੇ ਅੰਦਰ ਤੇ ਬਾਹਰ ਸਦਾ ਸਿੱਖੀ ਹੈ। ਦਸਤਾਰ ਬਾਹਰ ਦਿਸਦਾ ਫਲੈਗ ਹੈ, ਪ੍ਰਾਈਡ ਹੈ, ਲੇਕਿਨ ਅੰਦਰ ਨਾਮ ਵਾਲੀ ਸਿੱਖੀ ਭਰਪੂਰ ਹੈ। ਇਹ ਮੇਰੀਆਂ ਬੇਨਤੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।